2022 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ ਭਾਜਪਾ ਵੱਲੋਂ ਵੀ ਪੰਜਾਬ ਵਿੱਚ ਚੋਣ ਇੰਚਾਰਜ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੂੰ ਲਗਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਲੁਧਿਆਣਾ ਵਿੱਚ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਲੁਧਿਆਣਾ ਦੇ ਉਮੀਦਵਾਰਾਂ ਦਾ ਹੌਸਲਾ ਵੀ ਵਧਾਇਆ ਗਿਆ। ਇਸ ਮੌਕੇ ਤੇ ਬੋਲਦਿਆਂ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਭਾਜਪਾ ਤੇ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਤੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਵੱਡੇ ਪ੍ਰੋਜੈਕਟ ਲਿਆਂਦੇ ਗਏ ਹਨ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਕੇਂਦਰ ਦੁਆਰਾ ਕੀਤੇ ਕੰਮਾਂ ਦੀ ਆਪ ਸ਼ਲਾਘਾ ਖੱਟ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ। ਅਤੇ ਉੱਥੇ ਹੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਦੀ ਭਾਈਵਾਲ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕਮਲ ਦੇ ਫੁੱਲ ਉੱਤੇ ਚੋਣ ਲੜ ਰਹੇ ਹਨ ਤਾਂ ਉਹਨਾਂ ਨੇ ਕਿਹਾ ਕਿ ਕਮਲ ਦੇ ਫੁੱਲ ਦੀ ਵੱਡੀ ਪਹਿਚਾਣ ਹੈ, ਜਿਸ ਕਾਰਨ ਉਹ ਕਮਲ ਦੇ ਫੁੱਲ ਉੱਪਰ ਚੋਣ ਲੜ ਰਹੇ ਹਨ। ਬਹੁਤ ਸਾਰੇ ਮੁੱਦੇ ਨੇ ਮੇਰੇ ਦਿਮਾਗ 'ਚ, ਮੈਨੂੰ ਲੱਗਦਾ ਮੈਂ ਸ਼ੁਰੂ ਕਰਦੀ ਹਾਂ ਜਿਹੜਾ ਮੇਰਾ ਮੰਤਰਾਲੇ ਉਹਦੇ ਕੰਮ ਨਾਲ। ਸਾਰਿਆਂ ਤੋਂ ਵੱਡੀ ਗੱਲ ਤੇ ਇਹ ਹੈ ਕਿ ਇੱਥੇ ਪੰਜਾਬ ਦੀ ਜਨਤਾ ਨੂੰ ਕੁਝ ਪਤਾ ਨਹੀਂ ਹੈ ਕਿ ਇਹ ਕੰਮ ਕਿਵੇਂ ਕੀਤੇ ਨੇ। ਤੇ ਮੇਰਾ ਜਿਹੜਾ ਡਿਪਾਰਟਮੈਂਟ ਹੈ ਵਿਦੇਸ਼ ਰਾਜ ਮੰਤਰੀ ਤੇ ਇੱਕ ਹੈ, ਪਰ ਇੱਕ ਹੋਰ ਕੰਮ ਅਸੀਂ ਕਰਦੇ ਨੇ ਜਿਹੜਾ ਸੰਸਕ੍ਰਿਤੀ ਮੰਤਰਾਲੇ ਦਾ ਹੈ। ਤੇ ਮੈਂ ਜਦੋਂ ਆਈ ਹਾਂ ਇੱਥੇ ਤਾਂ ਮੈਨੂੰ ਲੱਗਿਆ ਕਿ ਮੈਂ ਪਹਿਲਾਂ ਆਪਣੇ ਡਿਪਾਰਟਮੈਂਟ ਦਾ ਲੇਖਾ ਜੋਖਾ ਤੁਹਾਨੂੰ ਦੇ ਦਿਆਂ। ਤੇ ਉਸ ਲੇਖੇ ਜੋਖੇ 'ਚ ਪਹਿਲਾਂ ਜਿਹੜਾ ਅਸੀਂ ਕਰੁਣਾ ਸਾਗਰ ਵਾਲਮੀਕੀ ਸਥਲ ਹੈ ਅੰਮ੍ਰਿਤਸਰ ਦਾ, ਉਹਦੇ ਡਿਵੈਲਪਮੈਂਟ ਦਾ ਕੰਮ ਅਸੀਂ ਕੀਤਾ ਹੈ। ਰਾਮ ਤੀਰਥ ਵੀ ਕਹਿੰਦੇ ਨੇ, ਤੇ ਰਾਮ ਤੀਰਥ ਦਾ ਕੰਮ ਕਿਸੇ ਹੋਰ ਨੇ ਨਹੀਂ ਕੀਤਾ, ਅਸੀਂ ਕਰਕੇ ਦਿੱਤਾ ਹੈ। ਬਹੁਤੇ ਲੋਕੀ ਅੱਜ ਕੱਲ੍ਹ ਗੱਲ ਕਰ ਰਹੇ ਨੇ, ਮੈਨੂੰ ਅੱਜ ਕਿਸੇ ਨੇ ਕਿਹਾ, ਕੱਲ੍ਹ ਕਿਸੇ ਨੇ ਕਿਹਾ ਕਿ ਇਹ ਜਦੋਂ ਮੋਦੀ ਜੀ ਦੀ ਗੱਲ ਹੁੰਦੀ ਹੈ ਕਿ ਉਹ ਸਿੱਖਾਂ ਦਾ ਕਿੰਨਾ ਮਾਨ ਸਨਮਾਨ ਕਰਦੇ ਨੇ, ਕਿੰਨਾ ਕੰਮ ਕਰਦੇ ਨੇ, ਤੇ ਕਿਸੇ ਨੇ ਅੱਜ ਕਮੈਂਟ ਕੀਤਾ ਕਿ ਉਹ ਡਰਾਮਾ ਕਰ ਰਹੇ ਨੇ। ਤੇ ਮੈਂ ਕਿਹਾ ਡਰਾਮੇ ਦਾ ਕੰਮ ਤੇ ਤੁਸੀਂ ਵੀ ਕਰ ਸਕਦੇ ਸੀ, 70 ਸਾਲ ਕਿਉਂ ਲਾਤੇ ਤੁਸੀਂ ਕਰਨ? ਇਹ ਡਰਾਮਾ ਹੀ ਹੈ। ਤੇ ਵਾਲਮੀਕੀ ਤੀਰਥ ਦਾ ਡਿਵੈਲਪਮੈਂਟ ਹੋਣਾ ਚਾਹੀਦਾ ਸੀ ਨਾ, ਕਿਸੇ ਹੋਰ ਨੇ ਨਹੀਂ ਕੀਤਾ, ਅਸੀਂ ਕਰਕੇ ਦਿੱਤਾ ਹੈ। ਉਂਝ ਕਿਸੇ ਹੋਰ ਨੇ ਅੱਜ ਤਾਈਂ ਫਤਿਹਗੜ੍ਹ ਸਾਹਿਬ ਦੇ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ, ਉਹ ਵੀ ਅਸੀਂ ਕਰਕੇ ਦਿੱਤਾ ਹੈ। ਅਨੰਦਪੁਰ ਸਾਹਿਬ ਦਾ ਕੰਮ ਵੀ ਅਸੀਂ ਕਰਕੇ ਦਿੱਤਾ ਹੈ। ਚਮਕੌਰ ਸਾਹਿਬ ਜੀ, ਫਿਰੋਜ਼ਪੁਰ, ਖੜਕਰ ਕਲਾ, ਕਲਨੌਰ, ਪਟਿਆਲਾ, स्वदेशी दर्शन स्कीम च ਇਹ ਸਾਰਾ ਕੰਮ ਅਸੀਂ ਕਰਕੇ ਦਿੱਤਾ ਹੈ 2017-18। ਤੇ ਮੀਰਨ ਟੂਮ, ਸਦਨਾ ਕਸਾਈ ਟੂਮ, ਇਹ ਸਾਰਾ ਕੰਮ ਮੇਰੇ ਮੰਤਰਾਲੇ ਦਾ ਹੈ। ਉਹਦੇ ਇਲਾਵਾ ਜਿਹੜੀ ਗੱਲ ਹੁਸੈਨੀ ਵਾਲਾ, ਮੈਂ ਸਾਰੇ ਨਾਂ ਤੁਹਾਨੂੰ ਪੜ੍ਹ ਦੇਣੀ ਆ। ਹੁਸੈਨੀ ਵਾਲਾ, ਜਲਿਆਂਵਾਲਾ ਬਾਗ, ਇੰਟਰਪ੍ਰੀਟੇਸ਼ਨ ਸੈਂਟਰਸ, ਵਾਈਫਾਈ, ਕੈਫੇਟੇਰੀਆ, ਚਮਕੌਰ ਸਾਹਿਬ ਜੀ, ਇਹ ਜਿਹੜੇ ਧਾਰਮਿਕ ਸਥਲ ਨੇ ਜਿਨ੍ਹਾਂ ਨੂੰ ਦੇਖ ਰੇਖ ਤੇ ਟੂਰਿਜ਼ਮ ਦਾ ਸਰਕਟ ਬਣਾਇਆ ਜਾਵੇ ਹਿੰਦੁਸਤਾਨ ਦੇ ਵਿੱਚ ਵੀ, ਤੇ ਜਿਹੜੇ ਬਾਹਰ ਬੰਦੇ ਚਲੇ ਗਏ ਨੇ ਉਹ ਵਾਪਸ ਆ ਕੇ ਇੱਥੇ ਦਰਸ਼ਨ ਸਥਲਾਂ ਜਾਂਦੇ ਨੇ, ਹਰਮਿੰਦਰ ਸਾਹਿਬ ਜਾਂਦੇ ਨੇ, ਗੋਲਡਨ ਟੈਂਪਲ ਜਾਂਦੇ ਨੇ। ਤੇ ਹੈਰੀਟੇਜ ਸਿਟੀ ਦਾ ਕੰਮ ਜਿਹੜਾ ਹੋਇਆ ਹੈ ਉਹ ਵੀ ਸੈਂਟਰ ਨੇ ਕਰਕੇ ਦਿੱਤਾ ਹੈ, ਅੰਮ੍ਰਿਤਸਰ ਦਾ ਵੀ। ਤੇ ਜਦੋਂ ਡਿਵੈਲਪਮੈਂਟ ਦੀ ਗੱਲ ਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਜਿਹੜਾ ਸਾਰਿਆਂ ਤੋਂ ਪੁਰਾਣਾ, ਜਿਹਨੂੰ ਐਸਪੀਰੇਸ਼ਨਲ ਇੰਡੀਆ ਕਹਿੰਦੇ ਨੇ, ਪੰਜਾਬੀ ਉਹਨੂੰ ਰਿਪਰੈਜ਼ੈਂਟ ਕਰਦੇ ਨੇ ਕਿ ਐਸਪੀਰੇਸ਼ਨਲ ਕਿ ਜਿੰਨਾ ਉਸ ਤੋਂ ਵੱਧ ਕੰਮ ਕਰਕੇ ਹੋਰ ਅੱਗੇ ਵਧੋ, ਹੋਰ ਕੰਮ ਕਰੋ। ਕਿਤੇ ਕੋਲ 100 ਰੁਪਏ ਨੇ ਤਾਂ ਉਹ ਕੰਮ ਕਰਦਾ ਹੈ ਕਿ ਮੈਨੂੰ 101 ਚਾਹੀਦਾ ਹੈ। ਕੋਈ 1000 ਕਰੋੜ ਦਾ ਵੀ ਮਾਲਿਕ ਹੈ ਤਾਂ ਕਹਿੰਦਾ 1001 ਹੋਣਾ ਚਾਹੀਦਾ। ਤੇ ਇਹ ਜਿਹੜਾ ਐਸਪੀਰੇਸ਼ਨਲ ਪੰਜਾਬੀ ਹੈ, ਉਮਰ ਭਰ ਦਾ ਕੰਮ ਕੰਮ ਵੀ ਕਰਦੇ ਨੇ, ਮਿਹਨਤ ਵੀ ਕਰਦੇ ਨੇ। ਤੇ ਇਹ ਐਸਪੀਰੇਸ਼ਨਲ ਜਿਹੜੀ ਉਮੀਦ ਹੈ, ਜਿਹੜੀ ਹੋਪ ਹੈ, ਜਿਹੜੀ ਚਾਹ ਹੈ, ਮੈਨੂੰ ਲੱਗਦਾ ਹੈ ਬੀਜੇਪੀ ਦੇ ਇਲਾਵਾ ਕੋਈ ਹੋਰ ਪੂਰਾ ਕਰ ਨਹੀਂ ਸਕਦਾ, ਕਿਉਂਕਿ ਜਿਨ੍ਹਾਂ ਨੂੰ ਐਡਮਿਨਿਸਟ੍ਰੇਸ਼ਨ ਦਾ, ਗਵਰਨੈਂਸ ਦਾ ਐਕਸਪੀਰੀਅੰਸ ਹੈ, ਜਿਨ੍ਹਾਂ ਨੇ ਬਹੁਤ ਜਿਹੜੇ ਪ੍ਰਦੇਸ਼ ਥੱਲੇ ਸਨ, ਜਿਨ੍ਹਾਂ ਦੇ ਕੋਲ ਨੈਚੁਰਲ ਰਿਸੋਰਸਿਸ ਘੱਟ ਸਨ, ਉਹਨਾਂ ਨੂੰ ਕੰਮ ਕਰਕੇ ਉੱਤੇ ਕਰਤਾ। ਤੇ ਜਿਹੜਾ ਰਿਸੋਰਸ 'ਚ ਰਿਚ ਸਟੇਟ ਸੀ, ਜਿਹੜਾ ਮਿਹਨਤਕਸ਼ ਬੰਦੇ ਰਹਿੰਦੇ ਸੀ, ਉਹ ਥੱਲੇ ਹੋ ਗਈ ਹੈ। ਤੇ ਇਹਦਾ ਜਿਹੜਾ ਮਤਲਬ ਇੱਕੋ ਨਿਕਲਦਾ ਹੈ, ਲੌਜਿਕ ਇੱਕੋ ਹੈ ਕਿ ਇੱਥੇ ਬੰਦੇ ਠੀਕ ਨੇ, ਸਟੇਟ ਠੀਕ ਹੈ, ਪੰਜ ਆਵਾਂ ਦੀ ਧਰਤੀ ਆ, ਪਰ ਜਿਵੇਂ ਚੱਲਣੀ ਚਾਹੀਦੀ ਸੀ, ਜਿਵੇਂ ਗਵਰਨੈਂਸ ਮਾਡਲ ਹੋਣਾ ਚਾਹੀਦਾ ਸੀ,
ਉਹ ਗਵਰਨੈਂਸ ਮਾਡਲ ਇੱਥੇ ਮੌਜੂਦ ਨਹੀਂ ਹੈ। ਉਹਨੂੰ ਕਰਨ ਲਈ ਸਾਨੂੰ ਜਿਹੜੇ ਐਕਸਪੀਰੀਅੰਸ ਬੰਦੇ ਨੇ, ਜਿਨ੍ਹਾਂ ਨੂੰ ਕੰਮ ਜੋਗੇ ਜਿਹੜੇ ਬੰਦੇ ਨੇ, ਉਹਨਾਂ ਨੂੰ ਹੀ ਕੰਮ ਤੇ ਲਾਉਣਾ ਪਏਗਾ, ਤਾਂ ਹੀ ਸਟੇਟ ਅੱਗੇ ਵਧੂਗੀ। ਇਸ ਕਰਕੇ ਬੀਜੇਪੀ ਇੱਕੋ ਇਹੋ ਜਿਹੀ ਪਾਰਟੀ ਹੈ ਜਿਹੜੀ ਤੁਹਾਨੂੰ ਐਕਸਪੀਰੀਅੰਸ, ਇਮਾਨਦਾਰ ਕੰਮ ਕਰਨ ਵਾਲੇ ਬੰਦਿਆਂ ਨੂੰ ਤੁਹਾਨੂੰ ਪ੍ਰੋਵਾਈਡ ਕਰ ਸਕਦੀ ਹੈ ਤੇ ਸਟੇਟ ਨੂੰ ਅੱਗੇ ਵਧਾ ਸਕਦੀ ਹੈ। ਲੁਧਿਆਣਾ 'ਚ ਬੈਠੇ ਨੇ ਤੇ ਮੈਂ ਕਿਹਾ ਲੁਧਿਆਣਾ ਦਾ ਵੀ ਡਾਟਾ ਤੁਹਾਨੂੰ ਦੱਸਦੇ ਹਾਂ ਕਿ ਇਹ ਜਿੰਨੇ ਕੰਮ ਤੁਸੀਂ ਵੇਖ ਰਹੇ ਹੋ, ਇਹ ਜਿੱਥੇ ਅਸੀਂ ਬੈਠੇ ਨੇ ਅੱਜ, ਇਹਦੇ ਸਾਹਮਣੇ ਵੀ ਜਿਹੜਾ ਫਲਾਈਓਵਰ ਬਣਨ ਦਾ ਕੰਮ ਹੈ ਉਹ ਸੈਂਟਰਲ ਗਵਰਨਮੈਂਟ ਕਰ ਰਹੀ ਹੈ। ਜਿੰਨੇ ਹਾਈਵੇ ਬਣੇ ਨੇ ਉਹਦਾ ਕੰਮ ਵੀ ਸੈਂਟਰਲ ਗਵਰਨਮੈਂਟ ਨੇ ਕੀਤਾ ਹੈ। 2014 ਤਾਈਂ ਸਾਡੀ ਸਰਕਾਰ ਸੈਂਟਰ 'ਚ ਨਹੀਂ ਸੀ ਤੇ ਜਦੋਂ ਸਾਡੀ ਸਰਕਾਰ ਸੈਂਟਰ 'ਚ ਆਈ ਹੈ, ਸਾਡੀ ਸਰਕਾਰ ਆਉਣ ਤੋਂ ਪਹਿਲਾਂ ਜਿਹੜੇ ਮਪਾਈ ਸੀ ਸੜਕਾਂ ਦੀ, ਉਹ ਮਪਾਈ 1114 ਕਿਲੋਮੀਟਰ ਸੀ। ਅੱਜ ਉਹ ਸੜਕਾਂ ਦੀ ਮਪਾਈ 4100 ਕਿਲੋਮੀਟਰ ਹੈ 2021 ਤਾਈਂ, ਤੇ 22 'ਚ ਹੋਰ ਵੱਧ ਗਈ ਹੋਣੀ। ਤੇ ਇਹ ਸਪੀਡ ਜਿਹੜੀ ਹੈ, ਇਹ ਸਪੀਡ ਨਾਲ ਜਿਵੇਂ ਕੰਮ ਹੋਇਆ ਹੈ ਤੇ ਕਈ ਹਜ਼ਾਰ ਕਰੋੜ ਰੁਪਏ ਇੱਥੇ ਲਾਇਆ ਹੈ। 295 ਕਿਲੋਮੀਟਰ ਦਾ ਨੈਟਵਰਕ ਜਿਹੜਾ ਹੈ ਨੈਸ਼ਨਲ ਹਾਈਵੇ ਦਾ, ਐਨੂਅਲ ਪਲਾਨ 'ਚ ਇੰਨੀ ਸੜਕ ਬਣ ਰਹੀ ਹੈ ਪੰਜਾਬ 'ਚ 295 ਕਿਲੋਮੀਟਰ। ਨੈਸ਼ਨਲ ਹਾਈਵੇ ਅਥਾਰਟੀ ਨੇ ਇਹ ਕੰਮ ਦਿੱਤਾ। ਫਿਰ ਲੁਧਿਆਣਾ ਰੂਪਨਗਰ ਜਿਹੜਾ ਗ੍ਰੀਨਫੀਲਡ ਹਾਈਵੇ ਹੈ ਉਹਦਾ ਕੰਮ ਕੀਤਾ। ਅੰਬਾਲਾ ਕੋਟਪੁਤਲੀ ਗ੍ਰੀਨਵੇ ਕੋਰੀਡੋਰ ਦਾ ਕੰਮ ਕੀਤਾ ਤੇ ਮੁਕਤਸਰ ਬਾਈਪਾਸ ਦਾ ਕੰਮ ਕੀਤਾ ਤੇ ਬਠਿੰਡਾ ਮੁਕਤਸਰ ਦਾ ਵੀ ਕੰਮ ਕੀਤਾ। ਮੈਂ ਇਹ ਦੱਸਣ ਦੀ ਗੱਲ ਕਰ ਰਹੀ ਹਾਂ, ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜੋ ਵੀ ਕੁਝ ਡਿਵੈਲਪਮੈਂਟ ਤੁਸੀਂ ਸਟੇਟ 'ਚ ਦੇਖ ਰਹੇ ਹੋ, ਚਾਹੇ ਉਹ ਕਲਚਰ ਦਾ ਹੋਏ, ਹੈਰੀਟੇਜ ਦਾ ਹੋਏ, ਚਾਹੇ ਉਹ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਕੰਮ ਹੋਏ, ਉਹ ਸਾਰੇ ਦੇ ਸਾਰੇ ਕੰਮ ਜਿਹੜੇ ਨੇ ਉਹ ਸੈਂਟਰ ਨੇ ਤੁਹਾਨੂੰ ਕਰਕੇ ਦਿੱਤੇ ਨੇ। ਸਮਾਰਟ ਸਿਟੀ ਦੇ ਪ੍ਰੋਜੈਕਟ ਨੂੰ ਵੀ ਇੱਥੇ ਜਿੰਨੇ ਕੰਮ ਹੋਏ ਨੇ ਉਹ ਸਾਰਾ ਦਾ ਸਾਰਾ ਪੈਸਾ ਜਿਹੜਾ ਹੈ ਉਹ ਸੈਂਟਰ ਤੋਂ ਆਇਆ ਹੈ। ਮੇਰੇ ਕੋਲ ਪੂਰਾ ਡਾਟਾ ਇਹ ਪਿਆ, ਇਸ ਦੇ ਵਿੱਚ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਹੈ ਕਿ ਪਾਣੀ ਦੇ ਕਿੰਨੇ ਕਨੈਕਸ਼ਨ ਲਾਏ ਨੇ, ਸੀਵਰੇਜ ਦਾ ਕਿੰਨਾ ਕੰਮ ਹੋਇਆ, ਵਾਟਰ ਸਪਲਾਈ ਦੇ 54 ਪ੍ਰੋਜੈਕਟ ਨੇ, ਜਦੋਂ 48 ਜਿਹੜੇ ਨੇ ਅੰਡਰ ਪ੍ਰੋਗਰੈਸ ਨੇ, 6 ਪੂਰੇ ਹੋਏ ਨੇ। ਸੂਏਜ ਮੈਨੇਜਮੈਂਟ ਦੇ 68 ਪ੍ਰੋਜੈਕਟ ਨੇ, ਉਹ 'ਚੋਂ 4 ਪੂਰੇ ਹੋ ਗਏ ਨੇ, 64 ਪਏ ਹੋਏ ਨੇ, ਕੰਮ ਚੱਲ ਰਿਹਾ ਹੈ। ਪਾਰਕਾਂ ਦਾ ਕੰਮ 38 ਜਿਹੜੇ ਨੇ ਉਹਨਾਂ ਦਾ ਕੰਮ ਹੋਇਆ ਤੇ 38 ਦਾ 38 ਕੰਮ ਪਾਰਕਾਂ ਦਾ ਹੋ ਗਿਆ। ਇੱਥੇ ਹੋਰ ਵੀ ਡਿਟੇਲ ਹੈ, LED ਲਾਈਟਾਂ ਦਾ, ਆਨਲਾਈਨ ਬਿਲਡਿੰਗ ਪਰਮਿਸ਼ਨ ਦਾ, ਕ੍ਰੈਡਿਟ ਰੇਟਿੰਗ ਕੰਪਲੀਸ਼ਨ ਦਾ, ਐਨਰਜੀ ਆਡਿਟ ਦਾ, ਕੈਪੈਸਿਟੀ ਬਿਲਡਿੰਗ ਦਾ। ਤੇ ਲੁਧਿਆਣੇ ਨੂੰ ਜਿਹੜੀ ਮਿਊਨਿਸਪੈਲਿਟੀ ਹੈ ਉਹਦਾ ਕਿੰਨੀ ਮਿਊਨਿਸਪੈਲਿਟੀਜ਼ ਨੂੰ ਓਪਨ ਡੈਫਿਕੇਸ਼ਨ ਫ੍ਰੀ ਕਰਤਾ, ਜਿਹੜੇ ਖੁੱਲੇ ਸ਼ੌਚ ਜਾਂਦੇ ਸੀ ਉਹਨਾਂ ਨੂੰ ਵੀ ਕਿੰਨਾ ਕੰਮ ਹੋਇਆ ਉਹ ਵੀ ਇਹਦੇ 'ਚ ਹੈ। स्वच्छ सवाल ये है कि अपने लीडर्स ने कभी ये तो उसका क्रेडिट लेने की कोशिश ही नहीं की। कोई गल नहीं, हुण तुसी मैनू दे दियो जी, अज मैनू दे दियो ना। ए मेरी गल सुन लो जी, ए सारी गल ਅਸੀਂ ਕੰਮ ਕਰਕੇ ਦਿੱਤਾ ਜਦੋਂ ਸਾਡੀ ਸਰਕਾਰ ਵੀ ਨਹੀਂ ਸੀ ਸਟੇਟ 'ਚ। ਇੱਕ ਮਿੰਟ ਰਾਜੀ, ਗੱਲ ਪੂਰੀ ਕਰਨ ਦਿਓ। ਬਹਿਸ ਨਹੀਂ ਹੁੰਦੀ ਨਾ, ਤੁਹਾਡੇ ਸਵਾਲ ਹੁੰਦੇ ਨੇ, ਮੇਰਾ ਜਵਾਬ ਹੁੰਦਾ ਹੈ। ਪ੍ਰੈਸ ਕਾਨਫਰੰਸ ਤਾਂ ਹੀ ਚੱਲਣੀ ਚਾਹੀਦੀ ਹੈ ਨਾ। ਹਾਲੇ ਮੈਂ ਤੁਹਾਨੂੰ ਅਲਾਉ ਨਹੀਂ ਕੀਤਾ ਸਵਾਲ ਲਈ, ਤੁਸੀਂ ਵਿੱਚ ਬੋਲ ਰਹੇ ਹੋ। ਤੁਸੀਂ ਇਹ ਡਾਟਾ ਨਹੀਂ ਚੱਲਣਾ ਚਾਹੁੰਦੇ ਕਿ ਟੀਵੀ ਡਾਟਾ ਚਲਾਏ? ਡਾਟਾ ਚੱਲਣਾ ਚਾਹੀਦਾ ਹੈ ਨਾ। ਮੈਂ ਬਾਅਦ ਤੁਹਾਡੇ ਸਵਾਲ ਦਾ ਜਵਾਬ ਦੇਣਾ। ਸਾਰਿਆਂ ਤੋਂ ਵੱਡੀ ਗੱਲ ਹੈ ਜੀ, ਜਦ ਤਾਈਂ ਸਾਡੀ ਸਰਕਾਰ ਵੀ ਨਹੀਂ ਹੈ ਸਟੇਟ ਵਿੱਚ, ਸਾਡੇ ਬੰਦੇ ਵੀ ਪਾਵਰ 'ਚ ਨਹੀਂ ਸੀ, ਤਾਂ ਵੀ ਜਿਹੜਾ ਕੰਮ ਹੋਇਆ ਉਹ ਸੈਂਟਰਲ ਗਵਰਨਮੈਂਟ ਨੇ ਕਰਕੇ ਦਿੱਤਾ। ਜਦੋਂ ਸਾਡੇ ਬੰਦੇ ਜਿੱਤ ਕੇ ਆਉਣਗੇ ਤੇ ਇੱਥੇ ਦਾ ਡਿਵੈਲਪਮੈਂਟ ਤੇ ਜਿਹੜਾ ਐਸਪੀਰੇਸ਼ਨਲ ਇੰਡੀਆ ਨੂੰ, ਐਸਪੀਰੇਸ਼ਨਲ ਪੰਜਾਬ ਦੀ ਗੱਲ ਹੁੰਦੀ ਹੈ, ਉਹਨਾਂ ਨੂੰ ਕਿੰਨਾ ਫਾਇਦਾ ਹੋਏਗਾ ਸਟੇਟ ਨੂੰ। ਜਦੋਂ ਵੋਟ ਪਾਉਂਦੇ ਨੇ ਉਹ ਕਾਹਦੇ ਲਈ ਵੋਟ ਪਾਉਂਦੇ ਨੇ? ਵੋਟ ਜਿਹੜਾ ਵੀ ਬੰਦਾ ਪਾਉਂਦਾ ਹੈ ਉਹ ਪਾਉਂਦਾ ਹੈ ਇਹ ਸੋਚ ਕੇ ਹੁਣ ਤੁਸੀਂ
सरकार किवें चलाओगे? सरकार चलाउण दा मॉडल मैं तुहानूं पेश कर रही हां। मैं तुहानूं तुहाडे माफक मैं जिहड़ी जनता है साडी पंजाब दी, आओ भरा जी आओ, ਉਹਨਾਂ ਨੂੰ ਦੱਸ ਰਹੀ ਹਾਂ ਕਿ ਕੰਮ ਕਰਨ ਦਾ ਤਰੀਕਾ ਇਹ ਹੈ ਜੀ, ਇੰਜ ਕੰਮ ਹੁੰਦੇ ਨੇ ਤੇ ਜਿਵੇਂ ਕੰਮ ਹੋਣਗੇ ਸਟੇਟ ਉਨੀ ਵਧੀਆ ਚੱਲੂਗੀ ਤੇ ਉਹਨੇ ਬੱਚੇ ਜਿਹੜਾ ਬ੍ਰੇਨ ਡਰੇਨ ਹੋ ਰਿਹਾ ਬਾਹਰ ਜਾ ਰਹੇ ਨੇ, ਉਹ ਕੰਮ ਇੱਥੇ ਨਹੀਂ ਹੈ, ਘੱਟ ਹੈ, ਉਹ ਸਾਰਾ ਕੁਝ ਸਾਨੂੰ ਜਿਹੜੀ ਮੁਸੀਬਤਾਂ ਖਤਮ ਕਰਨੀਆਂ ਨੇ ਉਹ ਤਾਂ ਹੀ ਖਤਮ ਹੋਣਗੀਆਂ। ਜਦੋਂ ਸਟੇਟ ਵਿੱਚ ਸਰਕਾਰ ਨਹੀਂ ਹੈ ਤੇ ਇਹਨਾਂ ਕੰਮ ਖੜਾ ਕਰਤਾ ਤੇ ਜਦੋਂ ਸਰਕਾਰ 'ਚ ਸਾਡੇ ਬੰਦੇ ਬੈਠਣਗੇ ਤੇ ਅਸੀਂ ਹੋਰ ਕਿੰਨਾ ਕੰਮ ਕਰ ਸਕਦੇ ਨੇ। ਜਿਹੜੀ ਸਟੇਟ ਦੀ ਜੋ ਵੀ ਮੁਸੀਬਤਾਂ ਨੇ, ਚਾਹੇ ਉਹ ਐਜੂਕੇਸ਼ਨ ਦੀ ਹੈ, ਹੈਲਥ ਦੀ ਹੈ, ਕੁਝ ਵੀ ਹੈ, ਉਹ ਕੰਮ ਅਸੀਂ ਕਰਕੇ ਦੇਣਾ। ਮੈਂ ਅੱਜ ਸਿਰਫ 2 ਡਿਪਾਰਟਮੈਂਟ ਦਾ ਤੁਹਾਨੂੰ ਡਾਟਾ ਦਿੱਤਾ ਹੈ, ਉਸ ਤੋਂ ਵੱਧ ਡਾਟਾ ਅੱਜ ਨਹੀਂ ਦਿੱਤਾ ਹੈ। ਇੱਕ ਸੈਂਟਰਲ ਗਵਰਨਮੈਂਟ ਦੇ ਡਿਪਾਰਟਮੈਂਟ ਦਾ ਡਾਟਾ ਮੇਰੇ ਕੋਲ ਹੈ, ਉਹ ਸੈਂਟਰ ਦਾ ਡਾਟਾ ਮੈਂ ਤੁਹਾਨੂੰ ਬਾਰੀ-ਬਾਰੀ ਦਿਆਂਗੀ। ਅੱਜ ਮੈਂ ਤੁਹਾਨੂੰ ਨੈਸ਼ਨਲ ਹਾਈਵੇ ਪ੍ਰੋਜੈਕਟ, ਹੈਰੀਟੇਜ ਪ੍ਰੋਜੈਕਟਸ ਜਿਹੜੇ ਮੇਰੇ ਡਿਪਾਰਟਮੈਂਟ ਨੇ ਕੀਤੇ ਨੇ ਉਹ ਦੱਸਦੇ ਨੇ। ਇਹਦੇ 'ਚ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦੀ ਹਾਂ ਕਿ ਪੰਜਾਬ ਦੀ ਇੱਕ ਹੋਰ ਵੱਡੀ ਪ੍ਰੋਬਲਮ ਸੀ, ਜਿਹੜੇ ਲੋਕੀ NRI ਤੇ ਬਾਹਰ ਰਹਿਣ ਵਾਲੇ ਵਿਆਹ ਕਰਕੇ ਕੁੜੀਆਂ ਨੂੰ ਪਿੱਛੇ ਛੱਡ ਕੇ ਛੁੱਟੀਆਂ 'ਚ ਆ ਕੇ ਹੋਰ 2 ਬੱਚੇ ਪੈਦਾ ਕਰਕੇ ਨੱਠ ਜਾਂਦੇ ਸੀ, ਉਹਨਾਂ ਦਾ ਕੋਈ ਇਲਾਜ ਨਹੀਂ ਸੀ। ਤੇ ਇੰਨੇ ਸਾਲ ਹੋਰ ਬਹੁਤ ਗਵਰਨਮੈਂਟ ਰਹੀਆਂ, ਜਦੋਂ ਸਾਡੀ ਗਵਰਨਮੈਂਟ 14 'ਚ ਆਈ ਤੇ ਅਸੀਂ ਇਹਨੂੰ ਸਟੱਡੀ ਕੀਤਾ ਤੇ 17 ਔਨਵਰਡਸ ਉਹ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਕਮੇਟੀ ਸੀ, ਉਹ ਕਮੇਟੀ 'ਚ ਮੈਂ ਵੀ ਇੱਕ ਹਿੱਸਾ ਸੀ ਤੇ ਅਸੀਂ ਇਹਨਾਂ ਨੂੰ ਕਿਹਾ ਸਰਕਾਰ ਨੂੰ, ਤੇ ਸਰਕਾਰ ਵੱਲੋਂ ਕੰਮ ਹੋਇਆ। ਜਿਹੜੇ ਇਹੋ ਜਿਹੇ ਕੰਮ ਕਰਕੇ ਗਏ ਨੇ ਉਹਨਾਂ ਕੁੜੀਆਂ ਨੂੰ ਅਸੀਂ ਆਪਣੇ ਦਫ਼ਤਰਾਂ 'ਚ ਪਾਸਪੋਰਟ ਆਫਿਸ ਦੇ ਅੰਦਰ ਹੀ ਜਗ੍ਹਾ ਦਿੱਤੀ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਕਿਵੇਂ ਉਹੋ ਜਿਹੇ ਬੰਦਿਆਂ ਨੂੰ ਟਰੈਕ ਕਰਨਾ ਹੈ, ਟਰੇਸ ਕਰਨਾ ਹੈ। ਤੇ ਉਹਦੇ ਬਾਅਦ ਉਹਨਾਂ ਦੇ 500 ਦੇ ਨਜ਼ਦੀਕ ਅਸੀਂ ਪਾਸਪੋਰਟ ਇੰਪਾਊਂਡ ਕੀਤੇ। ਜਦੋਂ ਪਾਸਪੋਰਟ ਇੰਪਾਊਂਡ ਹੋਏ ਨੇ ਉਹਦੇ ਬਾਅਦ ਉਹ ਬੰਦੇ ਵਾਪਸ ਆਏ, ਉਹਨਾਂ ਨੇ ਕੇਸਿਸ ਸੈਟਲ ਕੀਤੇ ਤੇ ਜਿਹੜਾ ਵੀ ਹੋਰ ਬੱਚਿਆਂ ਨੂੰ ਦੇਖਣ ਲਈ ਹੋਰ ਕੁਝ ਕਰਨਾ ਸੀ ਉਹ ਸਾਰੇ ਮਾਮਲੇ ਸੈਟਲ ਹੋਏ ਨੇ। ਉਹਨਾਂ ਦੇ ਮਾਪਿਓ ਵੀ ਕਦੇ-ਕਦੇ ਇਹੋ ਜਿਹੇ ਕੰਮਾਂ 'ਚ ਉਲਝ ਜਾਂਦੇ ਸਨ, ਉਹ ਬਾਹਰ ਆਉਂਦੇ ਜਾਂਦੇ ਸੀ ਤੇ ਕੁੜੀ ਨੂੰ ਛੱਡਤਾ, ਕੁੜੀ ਨੂੰ ਘਰ ਤੋਂ ਕੱਢਤਾ, ਉਹ ਜਿਹੇ ਕੰਮ ਸੀ। ਤੇ ਐਕਸਟਰਨਲ ਅਫੇਅਰਸ ਮੰਤਰਾਲੇ ਨੇ ਇਹ ਕੰਮ ਵੀ ਕਰਕੇ ਦਿੱਤਾ ਹੈ। ਤੇ ਇੱਥੇ ਜਿਹੜਾ 85,000-80,000 ਪਾਸਪੋਰਟ ਬਣਦਾ ਸੀ, ਅੱਜ ਦਾ ਟਾਈਮ ਤੇ ਕਰੋਨਾ ਦੀ ਗੱਲ ਦੱਸ ਰਹੀ ਹਾਂ ਜੀ, ਜਦੋਂ ਆਉਣਾ ਜਾਣਾ ਵੀ ਬੰਦ ਹੈ, ਹੋਰ ਵੀ ਕੰਮ ਘੱਟ ਨੇ, ਤਾਂ ਵੀ 1.25 ਲੱਖ ਤੋਂ ਉੱਤੇ ਪਾਸਪੋਰਟ ਸੇਵਾ ਤੁਹਾਨੂੰ ਮਿਲੀ ਹੈ। ਤੇ ਪਾਸਪੋਰਟ ਸੈਂਟਰ 'ਚ ਜਿੰਨੇ ਵੀ ਹੋਰ ਕੰਮ ਸੀ, ਉਲਟੇ ਕੰਮ ਹੁੰਦੇ ਸਨ, ਉਹ ਵੀ ਬੰਦ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ। ਇਹ ਮੈਂ 2 ਕੰਮ ਇਸ ਕਰਕੇ ਪਹਿਲਾਂ ਦੱਸੇ, ਮੈਂ ਕਿਹਾ ਮੇਰੇ ਮੰਤਰਾਲੇ ਨੇ, ਜਿਹੜੇ ਮੇਰੇ ਮੰਤਰਾਲੇ ਨੇ ਕੰਮ ਕੀਤੇ ਪਹਿਲੇ ਉਹਦਾ ਲੇਖਾ ਜੋਖਾ ਮੈਂ ਤੁਹਾਡੇ ਅੱਗੇ ਰੱਖ ਦਿਆਂ, ਬਾਕੀਆਂ ਦਾ ਬਾਅਦ 'ਚ। ਤੇ ਕਿਉਂਕਿ ਸੜਕ ਸਾਹਮਣੇ ਲਿਖੀ ਤੇ ਮੈਂ ਕਿਹਾ ਇਹ ਵੀ ਤੁਹਾਨੂੰ ਦੱਸ ਦਿਆਂ। ਤੇ ਹੁਸੈਨੀ ਵਾਲਾ ਮੈਨੂੰ ਯਾਦ ਸੀ ਕਿਉਂਕਿ ਉਹ ਫਿਰੋਜ਼ਪੁਰ ਜਦੋਂ ਗਈ ਤੇ ਉੱਥੇ ਉਹਦਾ ਆਫੀਸ਼ੀਅਲ ਇਨੋਗ੍ਰੇਸ਼ਨ ਨਹੀਂ ਪਰ ਸ਼ਰਧਾਂਜਲੀ ਪ੍ਰਧਾਨ ਮੰਤਰੀ ਜੀ ਨੇ ਕਰਨੀ ਸੀ, ਉਹ ਪ੍ਰਧਾਨ ਮੰਤਰੀ ਜੀ ਉਹ ਸ਼ਰਧਾਂਜਲੀ ਨਹੀਂ ਦੇ ਪਾਏ। ਤੇ ਮੈਨੂੰ ਲੱਗਿਆ ਕਿ ਇਹੋ ਜਿਹੇ ਜਿੰਨੇ ਕੰਮ ਪ੍ਰਧਾਨ ਮੰਤਰੀ ਜੀ ਦੇ ਨੇਤਰਤਵ 'ਚ ਪੰਜਾਬ 'ਚ ਹੋਏ ਨੇ, ਉਹ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਕੰਮ ਤੇ ਅਸੀਂ ਉਂਝ ਕਰਤੇ ਜਦੋਂ ਅਸੀਂ ਸਰਕਾਰ 'ਚ ਨਹੀਂ ਨੇ। ਸਰਕਾਰ ਸਾਡੀ ਆਏਗੀ ਤੇ ਅਸੀਂ ਹੋਰ ਤੁਹਾਡੀ ਕਿੰਨੀ ਸੇਵਾ ਕਰਨੀ ਹੈ, ਕਿੰਨੇ ਕੰਮ ਕਰਨੇ, ਇਹ ਲੋਕਾਂ ਨੂੰ ਇਹਦਾ ਸਾਂਝਾ ਕਰਨਾ ਵੀ ਜ਼ਰੂਰੀ ਹੈ। ਪੰਜਾਬ 'ਚ ਇੰਟਰਸਟ ਨਹੀਂ ਹੁੰਦਾ ਤੇ ਕੰਮ ਨਹੀਂ ਹੁੰਦੇ। ਇੰਟਰਸਟ ਤੇ ਤੁਹਾਨੂੰ ਦਿਸਦਾ ਚਾਹੀਦਾ ਕਿ ਬਿਨਾਂ ਇੰਟਰਸਟ ਤੇ ਅਸੀਂ ਕੰਮ ਕਰ ਰਹੇ ਸੀ ਤੇ ਅਸੀਂ ਤੇ ਫਿਰ ਲੋਕ ਸੇਵਾ ਭਾਵ ਨਾਲ ਹੀ ਕੰਮ ਕਰ ਰਹੇ ਨੇ ਨਾ। ਤੇ ਜਦੋਂ ਅਸੀਂ ਲੋਕ ਸੇਵਾ ਤੇ ਸੇਵਾ ਭਾਵ ਨਾਲ ਕੰਮ ਕਰ ਰਹੇ ਨੇ ਤੇ ਇਹ ਹੁਣ ਬੇੜਾ ਆਇਆ ਹੈ ਤੇ ਕੰਨ ਵੀ ਪੁੱਟਣ ਦਾ ਟਾਈਮ ਹੈ। ਤੇ ਮੈਂ ਕਹਾਂਗੀ ਕਿ ਕੰਨ ਪੁੱਟਣ ਦੀ ਜਗ੍ਹਾ ਲੋਕਾਂ ਨੂੰ ਦੱਸਣ ਦਾ ਟਾਈਮ ਹੈ। ਜਦੋਂ ਅਸੀਂ ਬਿਨਾਂ ਮਤਲਬ ਕੰਮ ਕਰ ਰਹੇ ਸੀ, ਹੁਣ ਸਾਡੇ ਜੋਗੇ ਬੰਦੇ ਇਲੈਕਸ਼ਨ 'ਚ ਉਤਰੇ ਨੇ ਤੇ ਹੋਰ ਜਨਤਾ ਨੂੰ ਦੱਸਣਾ ਫਰਜ਼ ਨਹੀਂ ਬਣਦਾ। ਤੇ ਅਸੀਂ ਪਹਿਲਾਂ ਵੀ ਕਿਹਾ, ਪਰ ਮੈਨੂੰ ਖੁਸ਼ੀ ਹੈ ਤੁਸੀਂ ਅੱਜ ਇਸ
ਤਸਵੀਰ ਨੂੰ ਛਾਪੋਗੇ ਤੇ ਲੋਕਾਂ ਨੂੰ ਦੱਸੋਗੇ ਕਿ ਇੰਨੇ ਕੰਮ ਭਾਜਪਾ ਨੇ ਕੀਤੇ ਨੇ। ਕੇਜਰੀਵਾਲ ਤਾਂ ਦਿੱਲੀ ਦੇ ਕੰਮ ਲੁਧਿਆਣੇ ਦੱਸ ਰਿਹਾ ਹੈ। ਤੇ ਕੇਜਰੀਵਾਲ ਤੇ ਦਿੱਲੀ ਨੇ ਕੋਈ ਕੰਮ ਨਹੀਂ ਕੀਤਾ। ਉਹਦਾ ਸਵਾਲ ਪੁੱਛੋ ਤੇ ਮੈਂ ਦੱਸ ਦਿੰਦੀ ਹਾਂ ਤੁਹਾਨੂੰ ਉਹਨੇ ਕੀ ਕੀਤਾ ਹੈ। ਉਹਦੇ ਨਾਲ ਜਿਹੜੀ ਕਲਾਸ ਹੈ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ। ਮੈਂ ਤੇ ਜਿਹੜੇ ਦਿੱਲੀ ਦੇ ਤੁਸੀਂ ਜਿੰਨੇ ਇਨੋਸੈਂਟ ਹੋ ਮੈਨੂੰ ਪਤਾ ਹੈ ਜੀ ਪਰ ਮੈਂ ਜਵਾਬ ਤੁਹਾਡਾ ਬਣਦਾ ਮੈਂ ਦਿੰਦੀ ਹਾਂ। ਦੀ ਬਿਜ਼ਨਸ ਕਲਾਸ ਤੇ ਉੱਥੇ ਜਿਹੜਾ ਇਹਨੇ 524 ਕਰੋੜ ਦਾ ਖੇਲ ਕੀਤਾ ਹੈ ਨਾ, ਉਹੀ ਖੇਲ ਇੱਥੇ ਚੱਲ ਰਿਹਾ ਹੈ। 524 ਕਰੋੜ ਦੀ ਇਸ਼ਤਿਹਾਰਬਾਜ਼ੀ ਦਾ ਕੰਮ ਕੀਤਾ, ਹੋਰ ਕੋਈ ਕੰਮ ਨਹੀਂ ਕੀਤਾ। ਕੰਮ ਕੀਤਾ ਹੁੰਦਾ ਤੇ ਦਿੱਲੀ ਦੀ ਹਾਲਤ ਕੁਝ ਹੋਰ ਹੋਣੀ ਸੀ। ਅੱਜ ਦਿੱਲੀ ਵੀ ਥੱਲੇ ਜਾ ਰਿਹਾ ਹੈ, ਜਿਵੇਂ ਪੰਜਾਬ ਥੱਲੇ ਆਇਆ ਹੈ। ਪੰਜਾਬ ਨੰਬਰ 1 ਸਟੇਟ ਤੋਂ ਅੱਜ 23 ਹੋ ਗਿਆ ਹੈ। ਉਹ ਦਿੱਲੀ ਵੀ ਨੰਬਰ 1 ਸਮਾਰਟ ਸਿਟੀ ਤੋਂ ਥੱਲੇ ਆਇਆ ਹੈ। ਉਹਦਾ ਰੀਜ਼ਨ ਵੀ ਇਹੀ ਹੈ, ਅਨਪਲਾਨਡ ਗਵਰਨੈਂਸ, ਕੰਮ ਨਹੀਂ ਕਰਨਾ। ਉੱਥੇ ਸੈਂਟਰਲ ਗਵਰਨਮੈਂਟ ਉੱਥੇ ਵੀ ਇਹੀ ਹਾਲ ਹੈ। ਸੈਂਟਰਲ ਗਵਰਨਮੈਂਟ ਕੰਮ ਕਰਦੀ, ਇਸ਼ਤਿਹਾਰ ਹੈ ਲਾਉਂਦਾ। ਯੋਗਾ, ਹੁਣ ਯੋਗਾ ਦਾ ਤੁਹਾਨੂੰ ਐਗਜ਼ਾਮਪਲ ਦੇਣਾ ਜ਼ਰੂਰੀ ਹੈ। ਯੋਗਾ ਸ਼ੁਰੂ ਕੀਤਾ ਮੋਦੀ ਜੀ ਨੇ 2015, मतलब योगा पहला सी पर इंटरनेशनल योगा डे मोदी जी करके इंटरनेशनल योगा डे बनया। वो एक बहुत बड़ी डिप्लोमैटिक उपलब्धि सी साडे देश की। ਉਹਦੇ बाद योगा 22 जनवरी इंटरनेशनल योगा डे मनाना चाहिए, आगे होना चाहिए। वो लगातार साडे इंटरनेशनली सारे पूरे देश च ते पूरी दुनिया च प्रोग्राम चलते हैं। इन्ने इश्तिहार लाता, तुसी दिल्ली कदे आओ तो मैं तुहानू इश्तिहार दिखांदी हाँ। योगा करो, स्वस्थ रहो। देखो दिल्ली की जिहड़ी परिस्थिति है ना, वो थोड़ी जी वखरी है। और धोखे की राजनीति चल गई तो चल गई, तो दिल्ली के लोग उन्होंने जिताते नहीं ने। दिल्ली के लोग मेरे वर्गे MP नूं भी जिताते हैं, तो जेडे मेरे खिलाफ इन्हां दे बंदे खड़े होंदे ने उन्हां दे डिपॉजिट भी जब्त करांदे ने। म्यूनसिपैलिटी च भी BJP जितती है। तो वो थोड़ी जी डिफरेंट पॉलिटिक्स है। जेडे पॉलिटिक्स समझते हैं वो इन्हां नूं यह भी समझाना है कि जिहड़ी उत्थे सरकार है, म्यूनसिपैलिटी है, वो साड़ी पार्टी बनाती है। MP साड़ी पार्टी दे जितते हैं। एक MLA की थां ते वो दिल्ली एक्सपेरीमेंट कर दिया। वो जनता दस देगी, जनता उन्हें दस देगी जी। वो एक और कहावत है, नाई नाई बाल किन्ने उन्हें हज कट के दे रहे हैं। 10-20 दिन का टाइम है, और दस देंगे। 390 करोड़ रुपए की जमीन की बोली 92 करोड़ च कराई सी। और फिर वो कैंसिल कराई बीजेपी ने। और फिर बीजेपी ने जाके कैंसिल कराई है। ते बाकी नाई बाल किन्ने थोड़े देर हाथ दे देंगा। 20 दिन होर रह गए ने, वो जनता ने दस देना तुहानू। कोई विरोध नहीं कर रहे जी। तुसी मेरे नाल पिंडां चलना, मैं तुहानू लैके चलांगी। मेरे नाल आन दा प्रॉमिस कर दिओ। असी पिंडां जाणगे ना, तुसी मेरे नाल चलना। कुछ कहना नहीं है, टीम वर्क है जी। ए जेड़े बंदे जेड़े भी अमरिंदर सिंह जी दे पार्टी दे बंदे साडे कमल निशान तो लड़ रहे ने, ਉਹਦਾ ਰੀਜ਼ਨ ਇੱਕੋ ਹੈ ਕਿ ਅਸੀਂ ਟੀਮ ਵਰਕ ਨਾਲ ਕੰਮ ਕਰ ਰਹੇ ਨੇ। ਤੇ ਕਮਲ ਦੇ ਫੂਲ ਦੀ ਜਿਹੜੀ ਪਛਾਣ ਹੈ ਉਹ ਵੱਡੀ ਪਛਾਣ ਹੈ। ਦੋ ਇੱਥੇ ਬੈਠੇ ਨੇ ਜੀ, ਜਗਮੋਹਨ ਜੀ ਤੇ ਪ੍ਰੇਮ ਮਿੱਤਲ ਜੀ, ਇਹ ਸਾਡੇ ਨਾਲ ਨੇ। ਨਹੀਂ ਇਹ ਕੋਈ ਗੱਲ ਨਹੀਂ ਹੋਈ ਜੀ, ਜਦੋਂ ਕਰਨਾ ਹੋ ਉਹ ਵੀ ਕਰ ਲਾਂਗੇ। ਅੱਜ ਇਹ ਅਮਰਿੰਦਰ ਸਿੰਘ ਜੀ ਦੇ ਨਾਲ ਦੇ ਬੰਦੇ ਨੇ, ਇਹ BJP ਦੀ ਸਿੰਬਲ ਤੇ ਲੜ ਰਹੇ ਨੇ। ਇਹ ਸਾਡੀ ਪਛਾਣ ਹੈ। ਅਸੀਂ ਇੱਕੋ ਟੀਮ ਦੇ ਦੋ ਪਾਸੇ ਨੇ ਜੀ। ਕਹਿੰਦੀ ਕੋਈ ਉਹਨਾਂ ਨੇ ਅਲਵਿਦਾ ਕਹਿਤਾ, ਹੁਣ ਮੈਂ ਕੀ ਕਹਿਣਾ? ਅਲਵਿਦਾ ਦਾ ਜਵਾਬ ਅਲਵਿਦਾ ਉਹਦਾ ਕੀ ਜਵਾਬ ਹੈ? ਇਹ ਬਹੁਤ ਵਧੀਆ ਪ੍ਰਸ਼ਨ ਹੈ। ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ। ਮੇਰੀ ਜ਼ੁਬਾਨ 'ਤੇ ਜਿਹੜੀ ਚੀਜ਼ ਰਹਿ ਗਈ ਸੀ ਉਹ ਪੂਰੀ ਹੋਏਗੀ। ਇਹ ਡਬਲ ਇੰਜਨ ਦੀ ਸਰਕਾਰ, ਉਹੀ ਗੱਲ ਮੈਂ ਵਾਰੀ ਮੁਖਰ ਕਰ ਰਹੀ ਸੀ ਕਿ ਜਦੋਂ ਅਸੀਂ ਸਰਕਾਰ 'ਚ ਨਹੀਂ ਨੇ ਤਾਂ ਅਸੀਂ ਇੰਨੇ ਵੱਡੇ ਕੰਮ ਪੰਜਾਬ 'ਚ ਕਰਤੇ ਬਿਨਾਂ ਮਤਲਬ। ਜਿਵੇਂ ਅਗਰ ਤੁਸੀਂ ਮਤਲਬ ਦੀ ਗੱਲ, ਲੋਕਾਂ ਨੇ ਇਹ ਮੈਨੂੰ ਤੋਂ ਪੁੱਛਿਆ ਕਿ ਤੁਸੀਂ ਇੰਝ ਹੀ ਕੰਮ ਕਰ ਰਹੇ ਸੀ। ਅਸੀਂ ਕਿਹਾ ਇਹ ਬਿਨਾਂ ਸੋਚੇ ਬਾਰਡਰ ਸਟੇਟ ਹੈ, ਭਾਰਤ ਦਾ ਇੱਕ ਅੰਗ ਹੈ, ਉੱਥੇ ਕੰਮ ਹੋਣਾ ਚਾਹੀਦਾ। ਇਸ ਕਰਕੇ ਇੱਥੇ ਕੰਮ ਹੋਇਆ। ਸਾਡੇ ਪ੍ਰਧਾਨ ਮੰਤਰੀ ਇੱਥੇ ਇੱਕ ਟਾਈਮ ਤੇ ਸੰਗਠਨ ਮਹਾਮੰਤਰੀ ਵੀ ਰਹੇ ਨੇ, ਇੱਥੇ ਇੰਚਾਰਜ ਵੀ ਰਹੇ ਨੇ।
ਤੇ ਉਹਨਾਂ ਦਾ ਬਹੁਤ ਸਨੇਹ ਵੀ ਹੈ ਪੰਜਾਬ ਲਈ। ਇਹ ਤੁਹਾਨੂੰ ਦਿਸਦਾ ਹੀ ਹੋਣਾ ਜਿਨੇ ਕੰਮ ਹੋਏ ਨੇ ਉਸ ਕਰਕੇ। ਪਰ ਹੁਣ ਅਸੀਂ ਸਰਕਾਰ ਬਣਾਉਣਗੇ ਤੇ ਡਬਲ ਇੰਜਨ ਦੀ ਸਰਕਾਰ ਦਾ ਜਿਹੜਾ ਫਾਇਦਾ ਹੈ ਉਹ ਜਨਤਾ ਨੂੰ ਹੀ ਹੋਣਾ ਹੈ। ਇੱਕ ਐਗਜ਼ਾਮਪਲ ਮੈਂ ਦੇਣਾ ਚਾਹੁੰਦੀ ਹਾਂ, ਮੇਰੇ ਡਿਪਾਰਟਮੈਂਟ ਦਾ ਕੰਮ ਨਹੀਂ ਹੈ ਪਰ ਫਿਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸੈਂਟਰ ਦੀ ਯੋਜਨਾ ਹੈ। ਜਿਨ੍ਹਾਂ ਦੇ ਕੱਚੇ ਮਕਾਨ ਨੇ, ਜਿਨ੍ਹਾਂ ਕੋਲ ਮਕਾਨ ਨਹੀਂ ਹੈ, ਉਹਨਾਂ ਦੇ ਮਕਾਨ ਲਈ ਇਹ ਯੋਜਨਾ ਬਣਾਈ। ਅਸੀਂ ਪੰਜਾਬ ਨੂੰ ਵੀ ਔਨ ਬੋਰਡ ਕੀਤਾ ਜਿਵੇਂ ਬਾਕੀ ਰਾਜ ਹੋਏ। ਤੇ 2019-20 ਦਾ ਜਿਹੜਾ ਰਿਪੋਰਟ ਆਈ ਉਹਦੇ ਚ ਪੰਜਾਬ 'ਚ 22,100 ਕੁਝ ਮਕਾਨ ਬਣ ਕੇ ਲੋਕਾਂ ਨੂੰ ਦਿੱਤੇ ਗਏ ਨੇ। ਉਹ ਉਸੇ ਸਾਲ 'ਚ 19 ਦੇ ਸਾਲ 'ਚ ਉੱਤਰ ਪ੍ਰਦੇਸ਼ ਜਿੱਥੇ ਸਾਡੀ ਸਰਕਾਰ ਸੀ ਉਹਨਾਂ ਨੇ 25 ਲੱਖ ਤੋਂ ਵੱਧ ਮਕਾਨ ਲੋਕਾਂ ਨੂੰ ਵੰਡੇ ਨੇ। ਤੇ ਇਹ ਫਰਕ ਹੈ ਡਬਲ ਇੰਜਨ ਦਾ, ਕਿੱਥੇ 22,000 ਤੇ 25 ਲੱਖ। ਤੇ ਇੱਥੇ ਜਦੋਂ ਸਾਡੀ ਸਰਕਾਰ ਹੋਏਗੀ ਤੇ ਉਹ ਸਪੀਡ ਨਾਲ ਕੰਮ ਹੋਊਗਾ ਜਿਹਦੀ ਸਪੀਡ ਦੀ ਪੰਜਾਬ ਨੂੰ ਲੋੜ ਹੈ। जब अकालियों के साथ थी तो डबल इंजन सरकार तो पहले भी थी। 1/3 ਇੰਜਨ था ਜੀ, 1/3 ਇੰਜਨ था। ਮੈਡਮ ਪ੍ਰਧਾਨ ਮੰਤਰੀ ਤੁਸੀਂ ਗੱਲ ਕਰਦੇ ਮੈਡਮ ਇੱਕ ਗੱਲ ਕੀਤੀ ਕਿ ਤੁਸੀਂ ਤੁਹਾਨੂੰ ਲੱਗਦਾ ਪੰਜਾਬ ਦਾ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਜੀ ਬਗੈਰ ਕਿਸੇ ਦਿੱਤੇ ਵਾਪਸ ਚਲੇ ਗਏ, ਬਗੈਰ ਕਿਸੇ ਦਿੱਤੇ 4700 ਕਰੋੜ ਰੁਪਏ ਦਾ ਪੈਕੇਜ 4747 ਅਨਾਉਂਸ ਕਿਉਂ ਨਹੀਂ ਕੀਤਾ? ਸਿਰਫ ਨਹੀਂ ਉਹ ਉਹਦੇ ਬਾਅਦ ਇਲੈਕਸ਼ਨ ਹੀ ਆ ਗਏ। ਇਲੈਕਸ਼ਨ ਨਹੀਂ ਆਈ, ਬਹੁਤ ਦਿਨਾਂ ਬਾਅਦ ਨਹੀਂ ਉਹ ਕੰਮ ਫਿਰ ਜਦੋਂ ਹੋਏਗਾ ਤਾਂ ਹੋਏਗਾ ਨਾ ਜੀ। ਵਿਰੋਧੀ ਕਹਿੰਦੇ ਪ੍ਰਧਾਨ ਮੰਤਰੀ ਨੇ ਅਨਾਉਂਸ ਕਰਨਾ ਹੁੰਦਾ ਤੇ ਉੱਥੇ 에ਅਰਪੋਰਟ ਤੇ ਵੀ ਅਨਾਉਂਸ ਕਰ ਸਕਦੇ ਸੀ। ਇੰਜ ਨਹੀਂ ਹੁੰਦਾ ਜੀ, ਇੰਜ ਨਹੀਂ ਹੁੰਦਾ। ਮੈਡਮ ਅੱਜ ਕੀ ਲੋੜ ਪੈ ਗਈ ਕਿ ਸੈਂਟਰ ਦੇ ਮਿਨਿਸਟਰ ਨੂੰ ਲੁਧਿਆਣੇ ਦਾ ਇੰਚਾਰਜ ਲਗਾ ਦਿੱਤਾ ਗਿਆ ਤੁਹਾਡੇ ਵਰਗੇ? ਉਹ ਤੁਹਾਨੂੰ 20 ਤਰੀਕ ਨੂੰ ਪਤਾ ਚੱਲ ਜਾਏਗਾ ਕਾਦੇ ਲਈ ਇੰਚਾਰਜ ਲਾਇਆ ਹੈ। मैडम यूपी के 300 पार का नारा जी पंजाब की है, ਸਰਕਾਰ ਬਣਾਣੀ ਹੈ। कितनी सीटा नहीं जीता? देखो मेरी जिम्मेवारी लुधियाने दी है ਤੇ ਪੰਜਾਬ 'ਚ ਅਸੀਂ 65 ਸੀਟਾਂ ਤੇ ਲੜ ਰਹੇ ਨੇ ਤੇ 65 ਦੀ ਜ਼ਿੰਮੇਵਾਰੀ ਅਸੀਂ ਲੈਂਦੇ ਨੇ। ਨਹੀਂ ਮੈਂ ਕੋਈ ਚਾਰਜ ਹੈ ਪੰਜਾਬ ਦੀ ਜੀ। ਅਸੀਂ ਲੜਾਈ ਜਿੱਤਣੀ ਹੈ। ਜਿੱਤਣ 'ਚ ਜੋ ਵੀ ਕੰਮ ਕਰਨੇ ਅਸੀਂ ਉਹ ਕੰਮ ਕੀਤੇ ਨੇ। ਜਿੱਤਣ ਵਾਲੇ ਕੈਂਡੀਡੇਟਸ ਨੂੰ ਟਿਕਟਾਂ ਵੰਡੀਆਂ ਗਈਆਂ ਨੇ।